A for admin, B for ballot book, C for constitution, D for democracy, E for election, F for freedom, G for government, H for happy, I for independence, J for judge, K for knowledge, L for law, N for money. 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ 75 ਸਾਲ ਹੋ ਚੁੱਕੇ ਨੇ 75 ਸਾਲਾਂ ਵਿੱਚ ਅਸੀਂ ਗਰੀਬੀ ਤੇ ਕੀ ਦੂਰ ਕਰਨੀ ਹੈ ਅਸੀਂ ਲੋਕਾਂ ਨੂੰ ਸਿੱਖਿਆ ਵੀ ਨਹੀਂ ਦੇ ਪਾਏ ਇੱਕ ਸਿੱਖਿਤ ਸਮਾਜ ਨੂੰ ਪਤਾ ਹੋਏਗਾ ਕਿ ਮੈਂ ਦੇਸ਼ ਦਾ ਵਾਸੀ ਕਿੱਦਾਂ ਮੇਰੇ ਕੀ ਹੱਕ ਨੇ ਕੀ ਮੇਰੀ ਜ਼ਿੰਮੇਵਾਰੀਆਂ ਦੀ ਡੇਟ ਦੇ ਵਿੱਚ ਸਰਕਾਰਾਂ ਵੱਲੋਂ ਵੀ ਮੁਫਤ ਦਿੱਤੀ ਜਾਂਦੀ ਹੈ ਸਕੂਲਾਂ ਦੇ ਵਿੱਚ ਫਿਰ ਤੁਸੀਂ ਕਿਉਂ ਨਹੀਂ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰਦੇ ਕਿ ਸਕੂਲ ਦੇ ਵਿੱਚ ਜਾ ਕੇ ਐਜੂਕੇਸ਼ਨ ਪ੍ਰਾਪਤ ਕਰ ਸਕਣ ਤੁਸੀਂ ਹੀ ਕਿਉਂ ਪੜ੍ਹਾ ਰਹੇ ਕਦੋਂ ਆਇਆ ਕਿ ਇਹਨਾਂ ਬੱਚਿਆਂ ਨੂੰ ਹੁਣ ਐਜੂਕੇਟ ਕਰਨ ਦੀ ਲੋੜ ਹੈ ਬਹੁਤ ਹੀ ਟੈਲੈਂਟਡ ਲੋਕ ਅਫਸਰਾਂ ਦੀ ਕਮੀਆਂ ਕਰਕੇ ਮੌਕਿਆਂ ਦੀ ਕਮੀਆਂ ਕਰਕੇ ਅੱਗੇ ਨਹੀਂ ਵਧ ਪਾਉਂਦੇ इसका केयर भी व्हाट इज द डिफरेंस बिटवीन पब्लिक प्रॉपर्टी एंड प्राइवेट प्रॉपर्टी पब्लिक प्रॉपर्टी का मतलब ये है कि हम सभी का है हम सब उसको यूज़ कर सकते हैं बट केयर करके और प्राइवेट प्रॉपर्टी वो है जो किसी एक पर्सन का हो जिसके हाथ में उसकी ओनरशिप राइट हो Democracy means there is election. In the election there is before vote. Whosoever gets the maximum vote gets he for elected. The one who gets elected. पुलिस वाला वो बोलता है कि आपकी झुग्गी हम गिरा देंगे 2-3 जने थे उसमें मैंने पूछा सर आप हमारी झुग्गी क्यों गिराओगे तो बोला कि भाई हमें तो ऑर्डर मिली है हमने आपकी झुग्गी गिराना हमने उससे कहा सर ये तो प्राइवेट प्रॉपर्टी में है पब्लिक प्रॉपर्टी की था आपने गिरा दिया अब तो ये प्राइवेट प्रॉपर्टी में है आप कैसे गिराओगे साहब मैं पढ़ना चाहना पर मेरे कोल वर्दी नहीं है मेरे कोल किताबां नहीं ਹਨ ਤੇ ਨਾ ਹੀ ਮੇਰੇ ਕੋਲ ਸਕੂਲ ਜਾਣ ਜੋਗੇ ਪੈਸੇ ਨਹੀਂ ਪਰ ਮੈਂ ਪੜ੍ਹਨਾ ਚਾਹਨਾ ਇਹ ਆਵਾਜ਼ ਸ਼ਾਇਦ ਕਿਸੇ ਅਣਜਾਣ ਸ਼ਖਸ ਨੂੰ ਪਈ ਹੁੰਦੀ ਤਾਂ ਉਹ ਭੁੱਲ ਜਾਂਦਾ ਪਰ ਇਹ ਆਵਾਜ਼ ਜਦੋਂ ਐਡਵੋਕੇਟ ਹਰੀ ਓਮ ਨੂੰ ਪਈ ਤਾਂ ਉਸ ਦਾ ਦਿਲ ਝੰਜੋੜ ਗਿਆ ਤੇ ਉਸਨੇ ਇੱਕ ਸੁਪਨਾ ਸੰਜੋ ਲਿਆ ਆਖਿਰਕਾਰ ਐਡਵੋਕੇਟ ਹਰੀਓਮ ਨੇ ਅਜਿਹਾ ਕੀ ਸੁਪਨਾ ਸੰਜੋਇਆ ਤੁਹਾਨੂੰ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਿਯੰਕਾ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਆਖਿਰਕਾਰ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਪ੍ਰਿਯੰਕਾ ਕੂੜੇ ਦੇ ਢੇਰ ਦੇ ਵਿੱਚ ਖੜੀ ਹੈ ਤੇ ਗੱਲ ਕਰ ਰਹੀ ਹੈ ਜੀ ਐਜੂਕੇਸ਼ਨ ਦੀ ਇੱਥੇ ਐਜੂਕੇਸ਼ਨ ਕਿਵੇਂ ਪ੍ਰਦਾਨ ਕੀਤੀ ਜਾ ਸਕਦੀ ਹੈ ਬਿਲਕੁਲ ਇਸੇ ਹੀ ਝੁੱਗੀ ਝੌਂਪੜੀ ਦੇ ਏਰੀਆ ਦੇ ਵਿੱਚ ਇਸੇ ਹੀ ਕੂੜੇ ਦੇ ਢੇਰ ਦੇ ਵਿੱਚ ਹੀ ਐਜੂਕੇਸ਼ਨ ਦਾ ਪ੍ਰੋਜੈਕਟ ਲਾਇਆ ਐਜੂਕੇਸ਼ਨ ਦਾ ਬੂਟਾ ਲਗਾਇਆ ਐਡਵੋਕੇਟ ਹਰੀਓਮ ਨੇ ਜਿਸ ਦੇ ਨਾਲ ਅੱਜ ਤੁਹਾਨੂੰ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੋ ਐਡਵੋਕੇਟ ਹਰੀਓਮ ਮੇਰੇ ਨਾਲ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਬਹੁਤ ਨਾਮ ਸੁਣਿਆ ਤੁਹਾਡਾ ਕਿ ਐਡਵੋਕੇਟ ਹਰੀਓਮ ਵੱਲੋਂ ਝੁੱਗੀ ਝੌਂਪੜੀ ਦੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਸਿੱਖਿਅਤ ਕੀਤਾ ਜਾ ਰਿਹਾ ਕੀ ਮਕਸਦ ਹੈ ਇਸ ਦੇ ਪਿੱਛੇ ਇਹਦੇ ਪਿੱਛੇ ਮਕਸਦ ਇਹੀ ਹੈ ਕਿ ਜਿਹੜੇ ਸਾਡੇ ਦੇਸ਼ ਦੀ ਗਰੀਬੀ ਹੈ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ 75 ਸਾਲ ਹੋ ਚੁੱਕੇ ਨੇ 75 ਸਾਲਾਂ ਵਿੱਚ ਅਸੀਂ ਗਰੀਬੀ ਤੇ ਕੀ ਦੂਰ ਕਰਨੀ ਹੈ ਅਸੀਂ ਲੋਕਾਂ ਨੂੰ ਸਿੱਖਿਆ ਵੀ ਨਹੀਂ ਦੇ ਪਾਏ ਜੀ ਸਿੱਖਿਆ ਦਾ ਤੇ ਗਰੀਬੀ ਦਾ ਬੜਾ ਹੀ ਗਹਿਰਾ ਸੰਬੰਧ ਹੈ ਇੱਕ ਸਿੱਖਿਤ ਸਮਾਜ ਨੂੰ ਪਤਾ ਹੋਏਗਾ ਕਿ ਮੈਂ ਦੇਸ਼ ਦਾ ਵਾਸੀ ਕਿੱਦਾਂ ਮੇਰੇ ਕੀ ਹੱਕ ਨੇ ਕੀ ਮੇਰੀ ਜ਼ਿੰਮੇਵਾਰੀਆਂ ਤੇ ਮੈਂ ਦੇਸ਼ ਦੇ ਨਾਲ ਕਿੱਦਾਂ ਜੁੜਿਆ ਹੋਇਆ ਜਿਹੜਾ ਅਸ਼ਿਕਸ਼ਿਤ ਹੈ ਅਨਪੜ੍ਹ ਬੱਚਾ ਹੈ ਜਾਂ ਅਨਪੜ੍ਹ ਬੰਦਾ ਹੈ ਉਹਨੂੰ ਪਤਾ ਹੀ ਨਹੀਂ ਮੈਂ ਦੇਸ਼ ਦਾ ਵਾਸੀ ਕਿੱਦਾਂ ਤੇ ਮੇਰੇ ਨਾਲ ਕੀ ਸੰਬੰਧ ਨੇ ਉਸ ਤੋਂ ਬਾਅਦ ਜਿਹੜਾ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਤੇ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਸਿੱਖਿਆ ਦਾ ਫੈਲਾਵਾ ਹੋਣਾ ਚਾਹੀਦਾ ਹਰ ਨਾਗਰਿਕ ਨੂੰ ਸਿੱਖਿਅਤ ਹੋਣਾ ਚਾਹੀਦਾ ਹੈ ਤੁਸੀਂ ਬੜੀਆਂ ਸਾਰੀਆਂ ਕੋਟਸ ਵੀ ਪੜ੍ਹੀਆਂ ਹੋਣਗੀਆਂ ਜਿਸ 'ਚ ਲਿਖਿਆ ਜਾਂਦਾ ਹੈ ਕਿ ਲੋਕਤੰਤਰ ਦੀ ਕਾਮਯਾਬੀ ਲੋਕਾਂ ਦੀ ਸਿੱਖਿਆ ਦੇ ਉੱਪਰ ਡਿਪੈਂਡ ਕਰਦੀ ਹੈ ਜੀ ਜੇ ਲੋਕ ਸਿੱਖਿਅਤ ਨਹੀਂ ਹੋਣਗੇ ਤਾਂ ਫਿਰ ਜਿਹੜਾ ਸਾਡੇ ਦੇਸ਼ ਦਾ ਹਾਲ ਹੋਇਆ ਜਿਹੜੀ ਇੰਨੀ ਭ੍ਰਸ਼ਟਾਚਾਰ ਵਧਿਆ ਭ੍ਰਸ਼ਟਾਚਾਰ ਅਮੀਰੀ ਔਰ ਗਰੀਬੀ ਦਾ ਫਾਸਲਾ ਵਧਿਆ ਜਿਹੜਾ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਉਹਨਾਂ ਦੇ ਹੱਥ ਵਿੱਚ ਜਿਨ੍ਹਾਂ ਨੂੰ ਅਸੀਂ ਆਪਣੀ ਵੋਟ ਦੇ ਨਾਲ ਪਾਵਰ ਦਿੰਦੇ ਹਾਂ ਇਹ ਕਿਉਂ ਹੋ ਰਿਹਾ ਜੀ ਸੋ ਇੱਥੇ ਮੈਂ ਗੱਲ ਕਰਨਾ ਚਾਹਾਂਗੀ ਸਰ ਐਜੂਕੇਸ਼ਨ ਦੀ ਜਿਹੜੀ ਐਜੂਕੇਸ਼ਨ ਤੁਸੀਂ ਫ੍ਰੀ ਆਫ ਕਾਸਟ ਹੈ ਇਹਨਾਂ ਬੱਚਿਆਂ ਨੂੰ ਦੇ ਰਹੇ ਹੋ ਐਜੂਕੇਸ਼ਨ ਦੇ ਅੱਜ ਦੀ ਡੇਟ ਦੇ ਵਿੱਚ ਸਰਕਾਰਾਂ ਵੱਲੋਂ ਵੀ ਮੁਫਤ ਦਿੱਤੀ ਜਾਂਦੀ ਹੈ ਸਕੂਲਾਂ ਦੇ ਵਿੱਚ ਫਿਰ ਤੁਸੀਂ ਕਿਉਂ ਨਹੀਂ ਇਹਨਾਂ ਬੱਚਿਆਂ ਨੂੰ ਮੋਟੀਵੇਟ ਕਰਦੇ ਕਿ ਸਕੂਲ ਦੇ ਵਿੱਚ ਜਾ ਕੇ ਐਜੂਕੇਸ਼ਨ ਪ੍ਰਾਪਤ ਕਰ ਸਕਣ ਤੁਸੀਂ ਹੀ ਕਿਉਂ ਪੜ੍ਹਾ ਰਹੇ ਹੋ ਸਰਕਾਰ ਦਾ ਨਾ ਜੀ ਆਪਣਾ ਇੱਕ ਵਿੰਗ ਹੈ ਉਹਨਾਂ ਦੇ ਡਿਪਾਰਟਮੈਂਟ ਨੇ ਜਿੱਥੇ ਉਹਨਾਂ ਦੀ ਡਿਊਟੀ ਹੈ ਕਿ ਉਹ ਏਰੀਆ ਬਾਏ ਏਰੀਆ ਜਾਣ ਇੱਕ ਇੱਕ ਬੱਚਾ ਆਇਡੈਂਟੀਫਾਈ ਕਰਨ ਆਊਟ ਆਫ ਸਕੂਲ ਚਿਲਡਰਨ ਉਹਨੂੰ ਸਕੂਲਾਂ 'ਚ ਲੈ ਕੇ ਜਾਣ ਇਹ ਅਥਾਰਟੀ ਸਰਕਾਰ ਕੋਲ ਹੀ ਹੈ ਇਹ ਅਥਾਰਟੀ ਮੇਰੇ ਕੋਲ ਹੈ ਨਹੀਂ ਮੈਂ ਤੇ ਦੇਖਿਆ ਵੀ ਜਿਹੜੇ ਬੱਚੇ ਸੀਗੇ ਇਹ ਪੜ੍ਹਦੇ ਨਹੀਂ ਇਹ ਕੂੜਾ ਕਰਕਟ ਚੱਕਦੇ ਨੇ ਗੋਇਆ ਚੱਕਦੇ ਨੇ ਤੇ ਮੈਨੂੰ ਲੱਗਿਆ ਵੀ ਇਹ ਦੇਸ਼ ਦੇ ਨਾਗਰਿਕ ਨੇ ਇਹਨਾਂ ਦਾ ਵੀ ਪੜ੍ਹਨਾ ਜ਼ਰੂਰੀ ਹੈ ਜੇ ਕਿਸੇ ਵੀ ਵਜ੍ਹਾ ਕਰਕੇ ਨਹੀਂ ਪੜ੍ਹ ਰਹੇ ਤੇ ਮੈਨੂੰ ਕੋਈ ਨਾ ਕੋਈ ਤਰੀਕਾ ਲੱਭਣਾ ਪਏਗਾ ਕਿ ਇਹਨਾਂ ਨੂੰ ਪੜ੍ਹਾਉਣਾ ਹੈ
ਤੇ ਮੈਂ ਇਹਨਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਆਖਿਰਕਾਰ ਇਸ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ, ਜਿਹੜੇ ਝੁੱਗੀ ਝੋਪੜੀ ਦੇ ਵਿੱਚ ਬੱਚੇ ਬੈਠੇ ਨੇ, ਇਹਨਾਂ ਨੂੰ ਤੁਹਾਡੇ ਵੱਲੋਂ ਐਜੂਕੇਟ ਕੀਤਾ ਜਾ ਰਿਹਾ ਹੈ, ਕਿਵੇਂ ਇਹ ਪ੍ਰੋਜੈਕਟ ਦਾ ਬੂਟਾ ਲੱਗਿਆ ਤੁਹਾਡੇ ਮਾਈਂਡ ਦੇ ਵਿੱਚ? ਕਦੋਂ ਆਇਆ ਕਿ ਇਹਨਾਂ ਬੱਚਿਆਂ ਨੂੰ ਹੁਣ ਐਜੂਕੇਟ ਕਰਨ ਦੀ ਲੋੜ ਹੈ? ਮੈਂ ਨਾ ਜੀ 2008 ਵਿੱਚ ਇੱਕ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ। ਉਹਦਾ ਮਕਸਦ ਇਹ ਸੀਗਾ, ਇਸ ਚੀਜ਼ ਨੂੰ ਸਮਝਣਾ, ਪਹਿਲਾਂ ਮੈਂ ਆਪਣੇ ਆਪ ਨੂੰ ਸਮਝਣਾ ਚਾਹੁੰਦਾ ਸੀਗਾ ਕਿ ਗਰੀਬੀ ਦਾ ਕਾਰਨ ਕੀ ਹੈ। ਕਈ ਵਾਰੀ ਮੈਂ ਦੇਖਿਆ ਬਹੁਤ ਹੀ ਟੈਲੈਂਟਡ ਲੋਕ ਅਫਸਰਾਂ ਦੀ ਕਮੀਆਂ ਕਰਕੇ, ਮੌਕਿਆਂ ਦੀ ਕਮੀਆਂ ਕਰਕੇ ਅੱਗੇ ਨਹੀਂ ਵੱਧ ਪਾਉਂਦੇ। ਫਿਰ ਮੈਂ ਵੀ ਦੇਖਿਆ ਕਿ ਜਿਹੜੇ ਲੋਕ ਮਿਹਨਤ ਕਰਕੇ ਅੱਗੇ ਵਧਣ ਜਾਂਦੇ ਆ, ਜਿਹੜਾ ਵਿਕਸਿਤ ਸਮਾਜ ਹੈ, ਉਹਦੇ ਲੋਕ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਚਾਹੁੰਦੇ ਨਹੀਂ ਕਿ ਲੋਕ ਥੱਲੇ ਉੱਠ ਕੇ ਉੱਪਰ ਉਹਨਾਂ ਦੇ ਬਰਾਬਰ ਖੜੇ ਹੋਣ। ਇਸ ਵਿਸ਼ੇ ਦੇ ਉੱਪਰ ਮੈਂ ਕਿਤਾਬ ਲਿਖਣੀ ਸ਼ੁਰੂ ਕੀਤੀ ਸੀ 2008 ਵਿੱਚ। 2009 ਦੇ ਵਿੱਚ ਮੈਂ ਲਾਅ ਜੁਆਇਨ ਕੀਤੀ, ਲਾਅ ਪੜ੍ਹਨੀ ਸ਼ੁਰੂ ਕੀਤੀ। ਉਸ ਟਾਈਮ ਤੱਕ ਮੇਰਾ ਇੰਟਰਨੈਸ਼ਨਲ ਟਰਾਂਸਪੋਰਟੇਸ਼ਨ ਦਾ ਬਿਜ਼ਨਸ ਸੀਗਾ। 2012 ਦੇ ਵਿੱਚ ਮੈਂ ਲਾਅ ਕੰਪਲੀਟ ਕਰਕੇ ਫਿਰ ਜਦੋਂ ਮੈਂ ਹੋਰ ਸੋਚਣਾ ਸ਼ੁਰੂ ਕੀਤਾ, ਉਸ ਗਹਿਰਾਈ ਵਿੱਚ ਮੈਨੂੰ ਲੱਗਿਆ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਿਆ ਨੂੰ ਵੀ ਫੈਲਾਉਣਾ ਸ਼ੁਰੂ ਕਰੀਏ, ਰੈਲੀਵੈਂਟ ਸਿੱਖਿਆ, ਜਿਹਦੇ ਨਾਲ ਇੱਕ ਜਾਗਰੂਕਤੀ ਦੇਸ਼ ਵਿੱਚ ਕ੍ਰੀਏਟ ਹੋਵੇ। ਉਸੇ ਦਾ ਨਤੀਜਾ ਸੀਗਾ ਕਿ ਅਸੀਂ ਇਹ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਤੇ ਸਿੱਖਿਆ ਵੰਡਣੀ ਸ਼ੁਰੂ ਕੀਤੀ। ਸੋ ਸਿੱਖਿਆ ਵੰਡਣ ਦੀ ਗੱਲ ਹੈ ਜਿਹੜੀ ਕਿ ਐਡਵੋਕੇਟ ਹਰੀਓਮ ਵੱਲੋਂ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਇੰਟਰਨੈਸ਼ਨਲ ਟਰਾਂਸਪੋਰਟੇਸ਼ਨ ਦਾ ਬਿਜ਼ਨਸ ਵੀ ਐਡਵੋਕੇਟ ਹਰੀਓਮ ਜੀ ਦਾ। ਸੋ ਇਹਨਾਂ ਵੱਲੋਂ ਜਿੱਥੇ ਕਿ ਇੱਕ ਬਿਜ਼ਨਸ ਰਨ ਕੀਤਾ ਜਾ ਰਿਹਾ, ਬਿਜ਼ਨਸਮੈਨ ਨੇ, ਬਿਜ਼ਨਸ ਸੀਗਾ ਜੀ ਹਾਂ, ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਬਿਜ਼ਨਸ ਰਨ ਕੀਤਾ ਜਾ ਰਿਹਾ ਸੀ, ਪਰ ਸਭ ਕੁਝ ਛੱਡ ਕੇ ਇਹਨਾਂ ਨੇ ਇੱਕ ਫੈਸਲਾ ਲਿਆ। ਉਹ ਫੈਸਲਾ ਇਹ ਸੀ ਕਿ ਇਹ ਝੁੱਗੀ ਝੋਂਪੜੀ ਦੇ ਬੱਚੇ ਜਿਹੜੇ ਕਿ ਸਾਡੇ ਸਾਹਮਣੇ ਬੈਠੇ ਨੇ, ਇਹਨਾਂ ਨੂੰ ਐਜੂਕੇਟ ਕੀਤਾ ਜਾਵੇ। ਆਓ ਇੱਕ ਨਜ਼ਰ ਮਾਰਦੇ ਹਾਂ ਇਹਨਾਂ ਬੱਚਿਆਂ ਦੇ ਵੀ, ਆਖਿਰਕਾਰ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ ਬੱਚੇ। ਪਰ ਇੱਕ ਸਵਾਲ ਹੈ ਜਿਹੜਾ ਕਿ ਮੇਰਾ ਐਡਵੋਕੇਟ ਹਰੀਓਮ ਤੋਂ ਲਾਸਟ ਸਵਾਲ ਇਹ ਪੁੱਛਣਾ ਚਾਹਾਂਗੀ, ਸਰ ਤੁਸੀਂ ਇਹਨਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਹੋ, ਸੋ ਇੱਕ ਐਡਵੋਕੇਟ ਤੁਹਾਡੇ ਨਾਮ ਨਾਲ ਜੁੜਿਆ ਹੋਇਆ ਹੈ, ਯਾਨੀ ਕਿ ਇੱਕ ਵਕੀਲ ਇਹਨਾਂ ਬੱਚਿਆਂ ਨੂੰ ਐਜੂਕੇਸ਼ਨ ਦੇ ਰਿਹਾ, ਵਾਈ ਨਾਟ ਅ ਟੀਚਰ? ਜਿਹੜੀ ਅੱਜ ਦਾ ਸਮਾਜ ਹੈ ਨਾ, ਇਹ ਲਾਅ ਬੇਸਡ ਸੁਸਾਇਟੀ ਹੈ। ਤੁਹਾਡੀ ਜਿਹੜੀ ਆਜ਼ਾਦੀ ਹੈ, ਉਹ ਆਜ਼ਾਦੀ ਦੇ ਉੱਪਰ ਅਗਰ ਅੰਕੁਸ਼ ਲਗਾਉਂਦਾ ਤਾਂ ਕਾਨੂੰਨ ਲਗਾਉਂਦਾ ਜੀ, ਹੋਰ ਕਿਸੇ ਕੋਲ ਕੋਈ ਪਾਵਰ ਨਹੀਂ ਹੈ। ਤੇ ਕਾਨੂੰਨ ਦੀ ਪੜ੍ਹਾਈ ਅਸਲੀ ਪੜ੍ਹਾਈ ਹੈ, ਜਿਹੜੀ ਹਰ ਨਾਗਰਿਕ ਨੂੰ ਹੋਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਐਡਵੋਕੇਟ ਟੀਚਰ ਵੀ ਹੋ ਸਕਦਾ ਹੈ, ਟੀਚਰ ਐਡਵੋਕੇਟ ਵੀ ਹੋ ਸਕਦਾ ਹੈ। ਉਹ ਦੋਵਾਂ ਨੂੰ ਇਨਫੈਕਟ ਹਰ ਨਾਗਰਿਕ ਨੂੰ ਐਡਵੋਕੇਟ ਹੋਣਾ ਜ਼ਰੂਰੀ ਹੈ, ਜਿਹਦੇ ਨਾਲ ਉਹਨੂੰ ਪਤਾ ਚੱਲੇ ਵੀ ਲਾਅ ਕੀ ਹੈ ਤੇ ਮੇਰਾ ਲਾਅ ਮੇਰੀ ਆਜ਼ਾਦੀ ਤੇ ਅੰਕੁਸ਼ ਕਿੱਦਾਂ ਲਗਾਉਂਦਾ। ਸੋ ਇੱਕ ਟੀਚਰ ਦੀ ਤੁਸੀਂ ਐਜੂਕੇਸ਼ਨ ਦੇਖੀ ਹੋਏਗੀ, A for apple, B for bat ਹੈ ਜਿਹੜਾ ਕਿ ਟੀਚਰ ਐਜੂਕੇਟ ਕਰਵਾਉਂਦਾ ਆਪਣੇ ਬੱਚਿਆਂ ਨੂੰ, ਬਟ ਇੱਕ ਐਡਵੋਕੇਟ ਆਪਣੇ ਬੱਚਿਆਂ ਨੂੰ, ਆਪਣੇ ਸਟੂਡੈਂਟਸ ਨੂੰ ਕਿਵੇਂ ਐਜੂਕੇਸ਼ਨ ਦਿੰਦਾ ਹੈ। ਸੋ ਇੱਕ ਨਜ਼ਰ ਮਾਰਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰ ਐਡਵੋਕੇਟ ਤੇ ਟੀਚਰ ਦੀ ਟ੍ਰੇਨਿੰਗ ਦੇ ਵਿੱਚ ਕੀ ਡਿਫਰੈਂਸ ਹੈ। ਸਕੂਲਾਂ ਦੇ ਵਿੱਚ ਵੇਖਿਆ ਜਾਂਦਾ ਹੈ ਕਿ ਅੰਗਰੇਜ਼ੀ ਦਾ ਵੱਖ ਅਧਿਆਪਕ ਹੁੰਦਾ ਹੈ, ਟੀਚਰ ਮੈਥਸ ਦੇ ਅਲੱਗ ਹੁੰਦੇ ਨੇ, ਸਾਇੰਸ ਤੇ ਸੋਸ਼ਲ ਸਟੱਡੀ ਦੇ ਅਲੱਗ ਟੀਚਰਸ ਹੁੰਦੇ ਨੇ। ਸਾਰੀ ਸਟੱਡੀ ਇੱਥੇ ਤੁਸੀਂ ਕਰਵਾ ਰਹੇ ਹੋ ਜਾਂ ਕੋਈ ਹੋਰ ਵੀ ਸਹਿਯੋਗ ਦੇ ਰਹੇ ਹੋ? ਐਕਚੁਅਲੀ ਸਾਡਾ ਜਿਹੜਾ ਕਨਸੈਪਟ ਹੈ, ਸਕੂਲਾਂ ਦੇ ਨਾਰਮਲ ਕਨਸੈਪਟ ਤੋਂ ਹਾਈ ਅਲੱਗ ਜੀ। ਅਸੀਂ ਬਹੁਤ ਰੈਲੀਵੈਂਟ ਸਿੱਖਿਆ ਦੇ ਰਹੇ ਹਾਂ। ਤੇ ਹਾਲੇ ਤੱਕ ਜਿਹੜਾ ਬੱਚਿਆਂ ਦਾ ਸਤਰ ਹੈ, ਦੱਸਿਆ ਨਾ, ਜਿਵੇਂ 2013 ਤੋਂ ਅਸੀਂ ਸ਼ੁਰੂ ਕੀਤਾ ਤੇ ਹੁਣ ਤੱਕ ਸਾਨੂੰ 8 ਸਾਲ ਹੋਏ ਨੇ। 8 ਸਾਲਾਂ ਦੇ ਵਿੱਚ ਜਿਹੜੇ ਬੱਚੇ ਜ਼ੀਰੋ ਸੀਗੇ, ਅਸੀਂ ਉਹਨਾਂ ਨੂੰ 5th ਸਟੈਂਡਰਡ ਦਾ ਇੰਗਲਿਸ਼ ਮੀਡੀਅਮ 'ਚ ਪਾਸ ਕਰਾ ਚੁੱਕੇ ਹਾਂ। ਹੁਣ 5th ਸਟੈਂਡਰਡ ਤੱਕ ਦੀ ਜਿਹੜੀ ਸਟੱਡੀ ਸੀਗੀ, ਉਹ ਅਸੀਂ ਇਸ ਤਰੀਕੇ ਨਾਲ ਮੈਨੇਜ ਕਰ ਰਹੇ ਸੀਗੇ ਕਿ ਮੈਂ ਹੈਗਾ ਤੇ ਮੇਰੇ ਕੋਲ ਇੱਕ ਟੀਚਰਸ ਦੀ ਟੀਮ ਵੀ ਹੈ। ਹੁਣ ਜਿਹੜੀ ਪੜ੍ਹਾਈ ਅਸੀਂ ਕਰਾਉਂਦੇ, ਉਹ ਟੀਚਰਸ ਨੂੰ ਪਹਿਲਾਂ ਮੈਂ ਟ੍ਰੇਨ ਕਰਦਾ, ਉਹਨਾਂ ਨੂੰ ਮੈਂ ਦੱਸਦਾ ਕਿਸ ਤਰੀਕੇ ਨਾਲ ਪੜ੍ਹਾਉਣਾ ਹੈ, ਕਿੱਦਾਂ ਪੜ੍ਹਾਉਣਾ ਹੈ, ਔਰ ਉਹ ਅਸੀਂ ਤਿਆਰੀ ਕਰਾ ਕੇ ਫਿਰ ਬੱਚਿਆਂ ਤੱਕ ਸਿੱਖਿਆ ਫੈਲਾਉਂਦੇ ਹਾਂ। ਹੁਣ ਜਿਵੇਂ ਇਹਨਾਂ ਦਾ ਸਤਰ ਵੱਡਾ ਹੋਏਗਾ, ਜਿਵੇਂ ਕੁਝ ਬੱਚੇ ਲਾਇਰ ਬਣਨਾ ਚਾਹੁੰਦੇ ਨੇ, ਨੈਚੁਰਲੀ ਹੈ ਕਿ ਇਹਨਾਂ ਨੂੰ ਸਪੈਸ਼ਲਾਈਜ਼ਡ ਐਜੂਕੇਸ਼ਨ ਦੇਣੀ ਪਊਗੀ। ਉਹ ਸਪੈਸ਼ਲਾਈਜ਼ਡ ਐਜੂਕੇਸ਼ਨ ਵਾਸਤੇ ਅਸੀਂ ਅਕੋਰਡਿੰਗ ਟੂ ਦਾ ਨੀਡ ਅਸੀਂ ਰਿਸੋਰਸਿਸ ਅਰੇਂਜ ਕਰਾਂਗੇ, ਟੀਚਰ ਅਰੇਂਜ ਕਰਾਂਗੇ, ਤਾਂ ਕਿ ਇਹਨਾਂ ਦੀ ਜਿਹੜੀ ਸਿੱਖਿਆ ਹੈ ਉਹਦੇ ਵਿੱਚ ਕੋਈ ਰੁਕਾਵਟ ਨਾ ਪਵੇ। ਜੀ ਸੋ ਜਦੋਂ ਅਸੀਂ ਇੱਕ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਦੇ ਹਾਂ, ਸਾਨੂੰ ਇੱਕ ਮਾਨਤਾ ਪ੍ਰਾਪਤ ਸਰਟੀਫਿਕੇਟ ਮਿਲਦਾ ਹੈ, ਜਿਸ ਤੋਂ ਪਤਾ ਲੱਗਦਾ ਕਿ ਇਹ ਸਕੂਲ ਦਾ ਪੜ੍ਹਿਆ ਹੋਇਆ ਬੱਚਾ ਸੋ ਅਗਲੀ ਕਲਾਸ ਦੇ ਵਿੱਚ ਹੋ ਸਕਦਾ ਹੈ, ਜੰਮ ਕਰ ਸਕਦਾ ਹੈ। ਇੱਥੇ ਕਿਸ ਤਰ੍ਹਾਂ ਦੇ ਸਰਟੀਫਿਕੇਟ ਦਿੱਤੇ ਜਾਣਗੇ, ਕਿਉਂਕਿ ਤੁਹਾਡੀ ਸਿੱਖਿਆ ਵੀ ਡਿਫਰੈਂਟ ਹੈ, ਕਿਵੇਂ ਪਤਾ ਲੱਗੇਗਾ ਬੱਚਾ ਐਜੂਕੇਟ ਹੈ, ਬੱਚੇ ਨੂੰ ਐਜੂਕੇਸ਼ਨ ਦਿੱਤੀ ਗਈ? ਮੈਂ ਤੁਹਾਨੂੰ ਦੱਸਿਆ ਕਿ ਅਸੀਂ 2 ਤਰ੍ਹਾਂ ਦੀ ਸਿੱਖਿਆ ਦੇ ਰਹੇ ਹਾਂ, ਜਿਵੇਂ CBSE ਬੋਰਡ ਹੈ, ICSE ਬੋਰਡ ਹੈ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਇਸੇ ਤਰ੍ਹਾਂ ਨੈਸ਼ਨਲ ਓਪਨ ਸਕੂਲ ਬੋਰਡ ਹੈ। ਅਸੀਂ ਨੈਸ਼ਨਲ ਓਪਨ ਸਕੂਲ ਬੋਰਡ ਦਾ ਇਹਨਾਂ ਨੂੰ ਐਗਜ਼ਾਮ ਦਿਵਾਉਂਦੇ। ਨੈਸ਼ਨਲ ਓਪਨ ਸਕੂਲ ਬੋਰਡ ਦੇ ਵਿੱਚ ਅਸੀਂ ਇਹਨਾਂ ਦੀ ਫੀਸ ਜਮ੍ਹਾਂ ਕਰਾਉਂਦੇ ਹਾਂ। ਇਹਨਾਂ ਦੀ ਜਿਵੇਂ ਬੱਚੇ ਤਿਆਰ ਹੋ ਕੇ ਵੱਡੇ ਹੋ ਜਾਂਦੇ, ਐਗਜ਼ਾਮ ਦੇਣ ਲਾਇਕ ਬਣਦੇ, ਮੈਂ ਇਹਨਾਂ ਦੀ ਫੀਸ ਜਮ੍ਹਾਂ ਕਰਾਉਣਾ ਹਰ ਸਾਲ, ਇਹਨਾਂ ਦਾ ਐਗਜ਼ਾਮ ਦਿਵਾਉਣਾ। ਇਹਨਾਂ ਨੂੰ ਮੈਂ ਆਪਣੀ ਟਰਾਂਸਪੋਰਟ ਦੇ ਨਾਲ ਸਕੂਲ ਚ ਲੈ ਕੇ ਜਾਂਦਾ, BCM ਸਕੂਲ ਸ਼ਾਸਤਰੀ ਨਗਰ, ਉੱਥੇ ਇਹਨਾਂ ਦਾ ਐਗਜ਼ਾਮ ਸੈਂਟਰ ਬਣਦਾ, ਐਗਜ਼ਾਮ ਦਿੰਦੇ ਆ। ਉਹ ਜਿਹੜਾ 5th ਸਟੈਂਡਰਡ ਦਾ ਐਗਜ਼ਾਮ ਪਾਸ ਕੀਤਾ, ਇਹਨਾਂ ਨੂੰ ਨੈਸ਼ਨਲ ਓਪਨ ਸਕੂਲ ਦਾ ਸਰਟੀਫਿਕੇਟ ਮਿਲਣਾ ਹੈ। ਸਾਡੇ NGO ਦਾ ਸਰਟੀਫਿਕੇਟ ਨਹੀਂ ਮਿਲਣਾ, ਇਹਨੂੰ ਨੈਸ਼ਨਲ ਓਪਨ ਸਕੂਲ ਦਾ ਸਰਟੀਫਿਕੇਟ ਮਿਲੇਗਾ, ਵਿਚ ਇਜ਼ ਅ ਗਵਰਨਮੈਂਟ ਸਰਟੀਫਿਕੇਟ।
ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਬੱਚੇ ਜਿਵੇਂ ਪੜ੍ਹ ਰਹੇ ਨੇ ਇਹਨਾਂ ਨੂੰ ਵੀ ਸਰਟੀਫਿਕੇਟ ਮਿਲੇਗਾ। ਇਹਨਾਂ ਦੀ ਐਜੂਕੇਸ਼ਨ ਹੈ ਜਿਹੜੀ ਕਿ ਐਡਵੋਕੇਟ ਹਰੀਓਮ ਜੀ ਵੱਲੋਂ ਇਹਨਾਂ ਨੂੰ ਦਿੱਤੀ ਜਾ ਰਹੀ ਹੈ। ਸੋ ਬੱਚਿਆਂ ਦੇ ਇੱਕ ਵਾਰੀ ਫਿਰ ਤੋਂ ਨਜ਼ਰ ਮਰਵਾ ਲੈਣੇ। ਛੋਟੇ ਛੋਟੇ ਬੱਚੇ ਹੈ, ਕਲਾਸਾਂ ਇੱਥੇ ਲੱਗਦੀਆਂ ਨੇ ਇੱਕ ਝੁੱਗੀ ਦੇ ਵਿੱਚ, ਇੱਕ ਝੁੱਗੀ ਝੌਂਪੜੀ ਦੇ ਵਿੱਚ ਕਲਾਸ ਲੱਗਦੀ ਹੈ, ਰੋਜ਼ਾਨਾ ਲੱਗਦੀ ਹੈ ਔਰ ਰੋਜ਼ਾਨਾ ਹੀ ਬੱਚੇ ਇੱਥੇ ਇਕੱਠੇ ਹੁੰਦੇ ਨੇ, ਇੰਤਜ਼ਾਰ ਕਰਦੇ ਨੇ ਕਦੋਂ ਸਾਡੇ ਅਧਿਆਪਕ ਆਣਗੇ, ਕਦੋਂ ਸਾਡੇ ਟੀਚਰ ਆਣਗੇ ਤੇ ਸਾਡੀ ਕਲਾਸ ਨੂੰ ਸ਼ੁਰੂ ਕਰਨਗੇ। ਹੁਣ ਇੱਥੇ ਦੇ ਅਧਿਆਪਕ ਨਾਲ ਤਾਂ ਗੱਲਬਾਤ ਅਸੀਂ ਕਰ ਹੀ ਲਈ ਹੈ, ਪਰ ਹੁਣ ਬੱਚਿਆਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਜਿੰਨੇ ਅਧਿਆਪਕ ਪ੍ਰੇਜ਼ ਕਰ ਰਹੇ ਇਹਨਾਂ ਬੱਚਿਆਂ ਦੀ ਕਿ ਆਖਿਰਕਾਰ ਉਹਨੇ ਐਜੂਕੇਟਡ ਹਨ ਇਹ ਬੱਚੇ ਕਿ ਨਹੀਂ। ਸੋ ਕਿਹਾ ਜਾਂਦਾ ਹੈ ਕਿ ਟੀਚਰ ਅਤੇ ਇੱਕ ਸਟੂਡੈਂਟ ਦਾ ਬੌਂਡ ਬਹੁਤ ਜ਼ਿਆਦਾ ਚੰਗਾ ਹੋਣਾ ਚਾਹੀਦਾ ਹੈ, ਤਾਂ ਹੀ ਐਜੂਕੇਸ਼ਨ ਹੈ ਜਿਹੜੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਹੁੰਚ ਸਕੇਗੀ ਔਰ ਟੀਚਰ ਬਹੁਤ ਵਧੀਆ ਵੇ ਦੇ ਨਾਲ ਐਜੂਕੇਸ਼ਨ ਡਿਲੀਵਰ ਕਰ ਸਕੇਗਾ। ਸੋ ਇੱਥੇ ਵੀ ਇੱਕ ਟੀਚਰ ਤੇ ਸਟੂਡੈਂਟ ਮੇਰੇ ਕੋਲ ਹੈ, ਚੈੱਕ ਕਰ ਲੈਂਦੇ ਹਾਂ ਆਖਿਰਕਾਰ ਇਹਨਾਂ ਦਾ ਬੌਂਡ ਕਿਹੋ ਜਿਹਾ ਹੈ। ਮੈਂ ਸਰ ਨੂੰ ਚਾਹਾਂਗੀ ਕੁਝ ਕੁਐਸਚਨਸ ਹੈ ਜਿਹੜੇ ਕਿ ਆਪਣੇ ਸਟੂਡੈਂਟ ਤੋਂ ਪੁੱਛੋ ਤੇ ਜਵਾਬ ਹੈ ਦੇਖਦੇ ਹਾਂ ਸਟੂਡੈਂਟ ਕੀ ਦਿੰਦਾ ਹੈ। ਸੋ ਸਰ ਟੈਸਟ ਹੋ ਜਾਵੇ ਇੱਕ ਜੀ। लाइफ इज़ ऑलवेज ऑन टेस्ट। जी अनीता, इनको बताओ पब्लिक प्रॉपर्टी, और इनको वो भी बताना जो आपके साथ हादसा हुआ था पब्लिक प्रॉपर्टी को लेकर। जी पब्लिक प्रॉपर्टी मैम वो है जो हम सब की है, हम सब उसमें आ जा सकते हैं और उसका ध्यान भी रखना हमारा जिम्मेवारी है। हमारी जितनी पब्लिक प्रॉपर्टी पे हम ये जताते हैं कि ये हमारा है, उतना ही हमको उसको बचाना भी है, उसको केयर भी करना है। ये नहीं कि हमने ये कह दिया कि ये पब्लिक प्रॉपर्टी हमारा है, कल उसी का पौधा उजाड़ के ले गए, उसकी कोई बॉन्ड जो है वो तोड़ दिया हमने, कोई पिलर लगी है वो उखाड़ दिया, तो इसका मतलब ये नहीं है कि पब्लिक प्रॉपर्टी वो कहेंगे हमारा है और उसको टेक केयर ना करें, उसको केयर भी। व्हाट इज द डिफरेंस बिटवीन पब्लिक प्रॉपर्टी एंड प्राइवेट प्रॉपर्टी? पब्लिक प्रॉपर्टी का मतलब ये है कि हम सभी का है, हम सब उसको यूज़ कर सकते हैं बट केयर करके, और प्राइवेट प्रॉपर्टी वो है जो किसी एक पर्सन का हो, जिसके हाथ में उसकी ओनरशिप राइट हो, और वो हमें रोक भी सकता है, मना भी कर सकता है कि भाई आप हमारे प्रॉपर्टी में नहीं आओ, अगर वो चाहे तो हम आ भी सकते हैं। ये डिफरेंट है। नेक्स्ट क्वेश्चन सर। अनीता, ये भी बताओ जब किसी ने आपकी झुग्गी खाली कराने की कोशिश की थी तो आपने क्या जवाब दिया था? जब बहुत दिन पहले की बात है, जब हम स्टार्ट में सर से मिले ही थे, कुछ क्वेश्चन नहीं, मतलब कुछ पढ़ाई स्टार्ट हुई थी, सिर्फ A to Z की 26 अल्फ़ाबेट्स मैंने पढ़ा था। तब बातों बातों में ही इतनी नॉलेज हो गई, जो मैंने एक आया पुलिस वाला, वो बोलता है कि आपकी झुग्गी हम गिरा देंगे। 2-3 जने थे उसमें, मैंने पूछा सर आप हमारी झुग्गी क्यों गिराओगे, तो बोला कि भाई हमें तो ऑर्डर मिली है, हमने आपकी झुग्गी गिराना। हमने उससे कहा सर ये तो प्राइवेट प्रॉपर्टी में है, पब्लिक प्रॉपर्टी के था आपने गिरा दिया, अब तो ये प्राइवेट प्रॉपर्टी में है, अब कैसे गिराओगे। तो उन्होंने कुछ जवाब नहीं दिया और बस वहाँ से चल पड़े। तो बात करने का तरीका जो है एजुकेशन से आया, जब मैं सर से पढ़ाई करना स्टार्ट करी उसके बाद ये तरीका मुझे कितने साल हो गए फट? यही करीबन 3.5-4 साल तक। ਸੋ ਤੁਹਾਨੂੰ ਦੱਸ ਦਈਏ ਕਿ 3.5-4 ਸਾਲ ਅਨੀਤਾ ਨੂੰ ਹੋ ਚੁੱਕੇ ਨੇ ਤੇ ਅਨੀਤਾ 5th ਕਲਾਸ ਹੈ ਜਿਹੜੀ ਕਿ ਪਾਸ ਕਰ ਚੁੱਕੀ ਹੈ, ਸੋ ਨੈਸ਼ਨਲ ਓਪਨ ਸਕੂਲ ਦੇ ਵਿੱਚੋਂ। ਸੋ ਸਰ ਇਹ ਵੀ ਪੁੱਛਣਾ ਚਾਹਾਂਗੀ ਪ੍ਰਾਈਮ ਮਿਨਿਸਟਰ ਨੂੰ ਸੁਣਿਆ ਕਿ 11 ਬੱਚੇ ਮਿਲਣ ਜਾ ਰਹੇ ਨੇ। ਅਸੀਂ ਨਾ ਜੀ 2018 ਦੇ ਵਿੱਚ ਇੱਕ ਰਿਪਰੈਜ਼ੈਂਟੇਸ਼ਨ ਸਬਮਿਟ ਕੀਤਾ ਸੀਗਾ ਇਨ ਦੀ ਆਫਿਸ ਆਫ ਦੀ ਪ੍ਰਾਈਮ ਮਿਨਿਸਟਰ ਕਿ ਅਸੀਂ ਬੜੀ ਹੀ ਮਿਹਨਤ ਕਰਕੇ ਇਹ ਜਿਹੜੇ ਬੱਚੇ ਕੂੜਾ ਚੱਕਦੇ ਸੀਗੇ, ਗੋਬਰ ਚੱਕਦੇ ਸੀਗੇ, ਇਹਨਾਂ ਨੂੰ ਅਸੀਂ ਟਰਾਂਸਫਾਰਮ ਕੀਤਾ ਹੈ ਤੇ ਅਸੀਂ ਇੱਕ ਬਹੁਤ ਹੀ ਸਪੈਸ਼ਲਾਈਜ਼ਡ ਐਜੂਕੇਸ਼ਨ ਦੇ ਰਹੇ ਹਾਂ ਜਿਹੜੀ ਕਿ ਇੱਕ ਬੁੱਕ ਇੰਪਾਵਰਮੈਂਟ ਥਰੂ ਨੌਲੇਜ ਦੇ ਵਿੱਚ ਇਨਕੋਰਪੋਰੇਟਡ ਹੈ। ਤੇ ਅਸੀਂ ਪਰਮਿਸ਼ਨ ਉਹਨਾਂ ਤੋਂ ਸੀਕ ਕੀਤੀ ਸੀ ਕਿ ਸਾਨੂੰ ਅਲਾਓ ਕੀਤਾ ਜਾਵੇ ਕਿ ਇਹ ਬੱਚੇ ਤੁਹਾਨੂੰ ਮਿਲਣ, ਬੁੱਕ ਵੀ ਪ੍ਰੈਜ਼ੈਂਟ ਕਰਨ ਤੇ ਜਿਹੜੀ ਇਹਨਾਂ ਦੀ ਟਰਾਂਸਫਾਰਮੇਸ਼ਨ ਹੋਈ ਹੈ ਉਹਦੇ ਬਾਰੇ ਆਪਣੇ ਤਜਰਬੇ ਨੂੰ ਸ਼ੇਅਰ ਕਰ ਸਕਣ। ਉਹ ਇੱਕ ਮੈਨੂੰ ਸੀਗਾ ਕਿ ਸਾਰੇ ਸਮਾਜ ਨੂੰ ਸੰਦੇਸ਼ਾ ਜਾਏਗਾ। ਉਹ 2018 ਦੀ ਸਾਡੀ ਰਿਪਰੈਜ਼ੈਂਟੇਸ਼ਨ ਜਿਹੜੀ ਸੀ ਪ੍ਰਾਈਮ ਮਿਨਿਸਟਰ ਆਫਿਸ ਨੇ ਦੇ ਰੈਫਰ ਟੂ ਦੀ ਆਫਿਸ ਆਫ ਦੀ ਚੀਫ ਸੈਕਟਰੀ ਪੰਜਾਬ ਗਵਰਨਮੈਂਟ। ਉਸ ਤੋਂ ਬਾਅਦ ਇਸ ਪ੍ਰੋਜੈਕਟ ਦੀ ਵੈਰੀਫਿਕੇਸ਼ਨ, ਇਨਕੁਆਇਰੀਜ਼, ਬੜਾ ਕੁਝ ਚੱਲਦਾ ਰਿਹਾ। ਫਾਈਨਲੀ ਉਹਨਾਂ ਨੇ ਇੱਕ ਕਿਹਾ ਵੀ ਜਿਹੜੀ ਬੁੱਕ ਪ੍ਰੈਜ਼ੈਂਟ ਹੋਣੀ ਇੰਪਾਵਰਮੈਂਟ ਥਰੂ ਨੌਲੇਜ ਟੂ ਦੀ ਪ੍ਰਾਈਮ ਮਿਨਿਸਟਰ, ਦਿਸ ਬੁੱਕ ਸ਼ੁੱਡ ਬੀ ਐਗਜ਼ਾਮਿਨਡ ਬਾਈ ਦੀ ਹਾਈਐਸਟ ਬੋਡੀ ਆਫ ਦੀ ਗਵਰਨਮੈਂਟ that determines the education for Punjab to check whether the book has the relevant contents। ਉਹ ਫਿਰ ਜਿਹੜੀ ਸਬਜੈਕਟ ਐਕਸਪਰਟ ਕਮੇਟੀ ਗਵਰਨਮੈਂਟ ਲੈਵਲ ਦੀ ਹੁੰਦੀ ਹੈ ਉਹਨੂੰ ਬੁੱਕ ਰੈਫਰ ਹੋ ਗਈ। ਉਹਨਾਂ ਨੇ ਇਸ ਬੁੱਕ ਦੀ ਬੜੀ ਹੀ ਛਾਣਬੀਨ ਕੀਤੀ, ਬੜੀ ਦੀ ਸਕਰੂਟਨੀ ਕੀਤੀ ਤੇ ਉਹਨਾਂ ਨੇ ਫਾਈਨਲੀ ਇਹਦੀ ਰਿਪੋਰਟ ਜਿਹੜੀ ਹੈ ਦਿੱਤੀ ਕਿ ਵੀ ਬੁੱਕ ਜਿਹੜੀ ਹੈ ਜੇ ਪੰਜਾਬ ਦੇ ਸਟੂਡੈਂਟ ਨੂੰ ਵੀ ਲਾਗੂ ਹੋ ਜਾਏ ਤਾਂ ਬੜੀ ਹੀ ਲਾਹੇਵੰਦ ਸਾਬਤ ਹੋਏਗੀ। ਤੇ 30/4/2021
ਡਿਪਾਰਟਮੈਂਟ ਡਾਇਰੈਕਟੋਰੇਟ ਆਫ ਸੋਸ਼ਲ ਸਿਕਿਉਰਿਟੀ ਵੂਮਨ ਐਂਡ ਚਾਈਲਡ ਵੈਲਫੇਅਰ ਨੇ ਆਫਿਸ ਨੇ ਪ੍ਰਾਈਮ ਮਿਨਿਸਟਰ ਆਫਿਸ ਨੂੰ ਚਿੱਠੀ ਲਿਖ ਦਿੱਤੀ ਹੈ ਵੀ ਅਸੀਂ ਸਾਰੀ ਵੈਰੀਫਿਕੇਸ਼ਨ ਕਰ ਚੁੱਕੇ ਹਾਂ ਤੇ ਹੁਣ ਤੁਸੀਂ ਬੱਚਿਆਂ ਨੂੰ ਅਲਾਉ ਕਰੋ ਤਾਂ ਕਿ ਇਹ ਬੁੱਕ ਤੁਹਾਨੂੰ ਪ੍ਰੈਜ਼ੈਂਟ ਕਰ ਸਕੀਏ। ਸੋ ਦੱਸ ਦਈਏ ਕਿ ਇੰਪਾਵਰਮੈਂਟ ਥਰੂ ਨੌਲੇਜ ਬੁੱਕ ਜਿਹੜੀ ਕਿ ਜਿਨ੍ਹਾਂ ਦੀ ਗੱਲ ਕਰ ਰਹੇ ਇਸ ਬੁੱਕ ਦੀ, ਉਹ ਬੁੱਕ ਲਿਖੀ ਗਈ ਹੈ ਜੀ ਹਰੀਓਮ ਐਡਵੋਕੇਟ ਵੱਲੋਂ, ਜੋ ਕਿ ਇੱਥੇ ਖੁਦ ਐਜੂਕੇਸ਼ਨ ਦੇ ਰਹੇ ਇਹਨਾਂ ਬੱਚਿਆਂ ਨੂੰ। ਸੋ ਇਹਨਾਂ ਬੱਚਿਆਂ ਨੂੰ ਜਿੱਥੇ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉੱਥੇ ਹੱਕੀ ਮੰਗਾਂ ਨੂੰ ਲੈ ਕੇ ਵੀ ਇਹਨਾਂ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਤੁਹਾਡੇ ਰਾਈਟਸ ਨੇ ਤੇ ਤੁਸੀਂ ਇਹਨਾਂ ਰਾਈਟਸ ਦਾ ਯੂਜ਼ ਆਖਿਰਕਾਰ ਕਿਵੇਂ ਕਰਨਾ ਹੈ। ਸੋ ਇੱਥੋਂ ਦੇ ਟੀਚਰਸ ਵੱਲੋਂ ਤਾਂ ਬੜੀ ਪ੍ਰੇਜ਼ ਕੀਤੀ ਗਈ ਸੀ। ਸਕੂਲਾਂ ਦੇ ਵਿੱਚ ਅਕਸਰ ਅਸੀਂ ABC ਪੜ੍ਹਦੇ ਹਾਂ, A for apple, B for baby, C for cat, ਬਟ ਇੱਥੋਂ ਦੇ ਬੱਚਿਆਂ ਨੂੰ ਹੋਰ ਹੀ ਢੰਗ ਦੀ ABC ਸਿਖਾਈ ਜਾ ਰਹੀ ਹੈ। ਆਖਿਰਕਾਰ ਕਿਵੇਂ ਦੀ ABC ਹੈ, ਇੱਕ ਛੋਟੀ ਜਿਹੀ ਬੱਚੀ ਤੁਹਾਨੂੰ ਸੁਣਾਏਗੀ ਜੀ। A for admin, B for ballot book, C for constitution, D for democracy, E for election, F for freedom, G for government, H for happy, I for independence, J for judge, K for knowledge, L for law, N for money, N for notice, O for opinion, P for power, Q for question, R for right, S for stage, T for tax, U for unique, V for vote, W for work, X for extra, U for youth. ਇਦਾਂ ਦੀ ਕਦੇ ABC ਅਸੀਂ ਕਦੇ ਨਹੀਂ ਸੁਣੀ ਜਿੱਦਾਂ ਦੀ ABC ਇੱਥੋਂ ਦੇ ਟੀਚਰਸ ਵੱਲੋਂ ਇਹਨਾਂ ਨੂੰ ਸਿਖਾਈ ਜਾ ਰਹੀ ਹੈ। D for democracy, I for independent, W for work। ਸੋ ਇਹ ਛੋਟੇ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਢੰਗ ਦੇ ਨਾਲ ਪੜ੍ਹਾਇਆ ਜਾ ਰਿਹਾ ਹੈ ਤਾਂ ਕਿ ਇਹ ਅੱਗੇ ਜਾ ਕੇ ਇੰਡੀਪੈਂਡੈਂਟ ਬਣ ਸਕਣ। ਤੁਹਾਨੂੰ ਦੱਸ ਦਈਏ ਕਿ ਛੋਟੇ ਛੋਟੇ ਬੱਚੇ ਕੀ ਕਰਦੇ ਸਨ। ਤੁਸੀਂ ਮੇਰੇ ਸੇ ਪਿੱਛੇ ਦੇਖ ਸਕਦੇ ਹੋਗੇ ਤਸਵੀਰਾਂ ਕਿ ਕੂੜਾ ਚੁੱਕਣ ਦਾ ਕੰਮ ਹੈ ਜਿਹੜੇ ਕਿ ਇਹ ਬੱਚੇ ਕਰਦੇ ਸਨ। ਗੋਹਾ ਪੱਥਨ ਦਾ ਕੰਮ ਇਹਨਾਂ ਬੱਚਿਆਂ ਵੱਲੋਂ ਕੀਤਾ ਜਾ ਰਿਹਾ ਸੀ, ਪਰ ਐਡਵੋਕੇਟ ਹਰੀਓਮ ਵੱਲੋਂ ਇੱਕ ਪ੍ਰਣ ਲਿਆ ਗਿਆ ਕਿ ਕਿਉਂ ਨਾ ਇਹਨਾਂ ਬੱਚਿਆਂ ਨੂੰ ਐਡੂਕੇਟ ਕੀਤਾ ਜਾਵੇ। ਸੋ ਇਹਨਾਂ ਬੱਚਿਆਂ ਨੂੰ ਐਡੂਕੇਟ ਕਰਨ ਦੇ ਮਕਸਦ ਦੇ ਨਾਲ ਇਸ ਝੁੱਗੀ ਚੌਂਪੜੀ ਵਿਖੇ ਛੋਟੀ ਜਿਹੀ ਕਲਾਸ ਲੱਗੀ ਹੋਈ ਹੈ। ਤੁਸੀਂ ਵੀ ਕਲਾਸ ਦੇਖ ਸਕਦੇ ਹੋ। ਇਸ ਕਲਾਸ ਦੇ ਵਿੱਚ ਰੋਜ਼ਾਨਾ 2-3 ਘੰਟੇ ਐਡਵੋਕੇਟ ਆਉਂਦੇ ਨੇ, ਆਪਣਾ ਸਮਾਂ ਇੱਥੇ ਬਤੀਤ ਕਰਦੇ ਨੇ ਬੱਚਿਆਂ ਦੇ ਨਾਲ ਔਰ ਬੱਚਿਆਂ ਨੂੰ ਪੜ੍ਹਾਉਂਦੇ ਨੇ A to Z, ਉਹ ਵੀ ਡਿਫਰੈਂਟ ਵੇ ਦੇ ਨਾਲ। ਕਦੇ ਤੁਸੀਂ ਤੀਜੀ ਅਤੇ ਪੰਜਵੀਂ ਕਲਾਸ ਦੇ ਬੱਚਿਆਂ ਨੂੰ ਡੈਮੋਕ੍ਰੇਸੀ ਬਾਰੇ ਪ੍ਰੋਪਰ ਨੌਲੇਜ ਰੱਖਦੇ ਵੇਖਿਆ? ਨਹੀਂ, ਪਰ ਇੱਥੋਂ ਦੇ ਬੱਚੇ ਡੈਮੋਕ੍ਰੇਸੀ ਬਾਰੇ ਵੀ ਪ੍ਰੋਪਰ ਨੌਲੇਜ ਰੱਖਦੇ ਨੇ। ਸੋ ਸਾਡੇ ਨਾਲ ਇੱਕ ਲੜਕੀ ਹੈ ਜੋ ਕਿ ਇੱਥੋਂ ਹੀ ਐਜੂਕੇਸ਼ਨ ਪ੍ਰਾਪਤ ਕਰ ਰਹੀ ਹੈ। ਸੋ ਇਹਨੂੰ ਡੈਮੋਕ੍ਰੇਸੀ ਬਾਰੇ ਬੜੀ ਵਧੀਆ ਨੌਲੇਜ ਹੈ, ਜਿਵੇਂ ਕਿ ਸੁਣਨ ਵਿੱਚ ਆਇਆ। ਡੈਮोक्रेसी के बारे में क्या जानते हो? मैं डेमोक्रेसी इंग्लिश में डेफिनेशन बताऊँ जी। डेमोक्रेसी मीन्स देयर इज इलेक्शन, इन दी इलेक्शन देयर इज बिफोर वोट, whosoever gets the maximum vote gets, C for elected, the one who gets elected makes, the G for government, and gets, T for tax money for providing our for rights. सो आपका नाम क्या है? My name is Sita. ओके सीता, हाउ ओल्ड आर यू? I am 15 years old. सीता, जैसे कि हमने सुनने में आया कि छोटी छोटी उम्र में जो कि शादी कर दी जाती है, सो आपके घर वाले भी ऐसा कुछ प्लान कर रहे हैं? ये भी सुनने में आया। हाँ, मेरी नानी ने बोला था तो फिर मैंने अपनी नानी को मना किया क्योंकि बाल विवाह करना गलत है, इस करके। ਇੱਕ ਐਜੂਕੇਸ਼ਨ ਦੇ ਨਾਲ ਨਾਲ ਇੱਕ ਸੰਦੇਸ਼ ਵੀ ਜਿਹੜਾ ਕਿ ਤੁਹਾਡੇ ਤੱਕ ਪਹੁੰਚਣਾ ਚਾਹੀਦਾ ਕਿ ਛੋਟੀ ਛੋਟੀ ਉਮਰ ਦੇ ਵਿੱਚ ਇਹਨਾਂ ਬੱਚਿਆਂ ਦੀ 10-11 ਸਾਲ ਦੀ ਉਮਰ ਦੇ ਵਿੱਚ ਜਿਹੜਾ ਕਿ ਵਿਆਹ ਕਰ ਦਿੱਤਾ ਜਾਂਦਾ, ਉਸ ਤੋਂ ਬਾਅਦ ਐਜੂਕੇਸ਼ਨ ਤਾਂ ਦੂਰ ਦੀ ਗੱਲ ਹੈ, ਇਹ ਘਰ ਸਾਂਭਣ ਜੋਗੀਆਂ ਵੀ ਨਹੀਂ ਰਹਿੰਦੀਆਂ। ਸੋ ਗੱਲ ਕਰਦੇ ਹਾਂ ਜੀ ਇਸ ਇੱਕ ਲੜਕੀ ਦੀ ਜਿਸ ਦਾ 12 ਸਾਲ ਦੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਗਿਆ ਔਰ ਅੱਜ ਇਸ ਦੇ 2 ਬੱਚੇ ਨੇ। ਇਹ ਵੀ ਐਜੂਕੇਸ਼ਨ ਹੈ ਜਿਹੜੀ ਕਿ ਇੱਥੋਂ ਲੈਣ ਆ ਰਹੀ ਹੈ। ਹੈਲੋ, My name is Anita. ओके अनीता, आपकी शादी 12 साल की उम्र में कर दी गई थी, जी यस। तो आपने नहीं कभी बोला कि मुझे पढ़ना है, मुझे स्कूल जाना है? नो, उतना एजुकेशन के बारे में पता नहीं था, फैमिली भी वो नहीं जानते थे, तो इस करके फैमिली को जो हुआ उन्होंने मैरिज मेरी कर दी, शादी कर दी। मेरे बच्चे हो गए। मैं 2 बच्चे के बावजूद जब मेरी 18 ईयर्स ओल्ड हो गई, फिर मैं सर से मेरी मुलाकात हुई। उसके बाद मुझे एजुकेशन मिलना स्टार्ट हुआ। जी। अभी सर आपको एजुकेशन दे रहे हैं, अब आप क्या करना चाहते हो एजुकेशन प्राप्त कर? मैम, अगर मुझे मौका मिले तो कुछ अच्छा करना चाहूँगी, सोशल वर्क करना चाहूँगी अगर मुझे मौका मिले तो। वैसे अभी सर मुझे एजुकेशन तो दे रहे हैं। जी। कौन सी क्लास पास कर ली अभी तक आप? 5th क्लास पास कर ली। सो ਇਹ ਬੱਚੇ ਨੇ ਜਿਨ੍ਹਾਂ ਵੱਲੋਂ ਐਗਜ਼ਾਮ ਦਿੱਤੇ ਗਏ ਨੇ 5th ਕਲਾਸਾਂ ਦੇ ਔਰ ਇਹਨਾਂ ਨੇ ਉਹ ਕਲਾਸਾਂ ਪਾਸ ਕਰ ਲਿਆ ਨੇ। ਛੋਟੀ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ ਬਿਕੋਜ਼ ਜਿਵੇਂ ਕਿ ਇੱਥੋਂ ਦੇ ਐਡਵੋਕੇਟ ਨੇ ਦੱਸਿਆ ਕਿ ਇੱਥੋਂ ਦੇ ਟੀਚਰ ਨੇ ਦੱਸਿਆ ਕਿ ਮਾਂ ਪਿਓ ਵੀ ਜ਼ਿਆਦਾ ਐਜੂਕੇਟਿਡ ਨਹੀਂ ਨੇ, ਅਸਿੱਖਿਅਤ ਨੇ। ਸੋ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਦੇ ਨਾਲ ਇਹਨਾਂ ਨੂੰ ਅੱਛੀ ਜਗ੍ਹਾ ਜੌਬ ਕਰ ਸਕਣ, ਇਹ ਬੱਚੇ ਫਰੀडम ਪ੍ਰਾਪਤ ਕਰ ਸਕਣ, ਉਹਨਾਂ ਵੱਲੋਂ ਇੱਥੇ ਕਲਾਸਾਂ ਲਗਾਈਆਂ ਜਾ ਰਹੀਆਂ ਨੇ। ਸੋ ਇੱਕ ਵਾਰੀ ਫਿਰ ਤੋਂ ਕਲਾਸਿਸ ਤੇ ਨਜ਼ਰ ਮਾਰ ਰਹੇ ਹਾਂ। A to Z ਤਾਂ ਤੁਸੀਂ ਇਹਨਾਂ ਬੱਚਿਆਂ ਦੀ ਸੁਣ ਹੀ ਲਈ ਹੈ, ਪਰ ਇੱਕ ਲਾਸਟ ਸਵਾਲ ਮੈਂ ਇੱਥੋਂ ਦੇ ਅਧਿਆਪਕ ਸਾਹਿਬ ਤੋਂ ਕਰਨਾ ਚਾਹਾਂਗੀ। ਸਰਕਾਰ ਕਦੇ ਮਦਦ ਦੇ ਲਈ ਅੱਗੇ ਨਹੀਂ ਆਈ ਜਾਂ ਕਦੇ ਮੰਗ ਨਹੀਂ ਕੀਤੀ? ਲੋਕਤੰਤਰ ਦੇ ਵਿੱਚ ਸਰਕਾਰ ਤੇ ਪਬਲਿਕ
ਦਾ ਬੜਾ ਹੀ ਗਹਿਰਾ ਸੰਬੰਧ ਹੈ। ਲੋਕਤੰਤਰ ਦਾ ਮਤਲਬ ਸੀ ਸਰਕਾਰ ਆਪਾਂ ਆਪ ਬਣਾਵਾਂਗੇ, ਜੀ ਅਸੀਂ ਸਰਕਾਰ ਦਾ ਹਿੱਸਾ ਹੋਵਾਂਗੇ। ਜੀ ਹੁਣ ਜੇ ਉਹ ਵਾਲਾ ਹਿੱਸਾ ਆਪਣਾ ਕੰਮ ਨਹੀਂ ਪੂਰਾ ਕਰੇ ਤਾਂ ਦੂਜੇ ਹਿੱਸੇ ਨੇ ਤਾਂ ਕਰਨਾ ਹੀ ਹੈ ਨਾ, ਤੇ ਆਪਾਂ ਕਰੀ ਜਾਂਦੇ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਕਿਉਂਕਿ ਜੇ ਅਸੀਂ ਸੋਚਾਂਗੇ ਸਾਡੇ ਚੁਣੇ ਹੋਏ ਨੁਮਾਇੰਦੇ ਜੀ ਜੇ ਉਹ ਨਲਾਇਕ ਨੇ, ਉਹ ਨਹੀਂ ਕੰਮ ਕਰਦੇ, ਤੇ ਆਪਾਂ ਵੀ ਆਪਣੀ ਜ਼ਿੰਮੇਵਾਰੀ ਛੱਡ ਦਈਏ, ਫਿਰ ਦੇਸ਼ ਦਾ ਕੀ ਬਣेगा। आंटी जी मैं आपसे पूछना चाहती हूँ, आपको कैसा लग रहा है आपके बच्चे एजुकेशन ले रहे हैं? मेरे बच्चे अच्छे ढंग से सर पढ़ा रहा है, बच्चे आगे जा रहा है, मेरे भी अच्छे लग रहा है। हम लोग कहाँ गरीब आदमी पढ़ा सकते इतने बच्चे को। जी मेहनत बच्चे के लिए मैं अभी भी कर रहा हूँ कि मेरा बच्चे आगे चले। जो बच्चे नहीं पढ़ेगा फिर मैं शादी कर दूंगा। जी जब आगे तो चलेगा। आपने कभी सोचा नहीं बच्चों को स्कूल पढ़ाना, भेजना है, मुझे पढ़ाना है इनको? पहले ताजपुर रोड रहते थे ना हम, तो वहाँ लिखाए थे नाम। जी जब यहाँ आए ना तो यहाँ मेरे को पता नहीं लगा था कि चाय बेचता था बाबा, उसका लड़के का नाम रोहित था, तो उसके पास में 150 रुपये महीने देखो पढ़ाते थे। जी सीता को, गीता को और सनी को, 3 बच्चे को। ਜੀ ਮੈਨੂੰ ਤਾਂ ਇਹ ਲੱਗਦਾ ਹੈ ਕਿ ਇੱਥੋਂ ਦੇ ਐਡਵੋਕੇਟ ਸਾਹਿਬ ਨੇ ਸਾਰੇ ਬੱਚਿਆਂ ਨੂੰ ਹੀ ਐਡਵੋਕੇਟ ਬਣਾ ਦੇਣਾ, ਲਾਇਰ ਬਣਾ ਦੇਣਾ, ਕਿਉਂਕਿ ਹਰੇਕ ਬੱਚੇ ਨੂੰ ਡੈਮੋਕ੍ਰੇਸੀ ਬਾਰੇ, ਪ੍ਰੈਂਬਲ ਬਾਰੇ ਪ੍ਰੋਪਰ ਨੌਲੇਜ ਹੈ। ਸੋ ਰੇਖਾ ਸਾਡੇ ਨਾਲ ਹੈ, ਰੇਖਾ ਕੀ ਬੋਲੇਗੀ ਤੁਸੀਂ ਵੀ ਸੁਣ ਲਓ। We the people of India having solemnly resolved to constitute India into a sovereign, socialist, secular, democratic republic and to secure to all its citizens justice, social, economic and political, liberty of thought, expression, belief, faith and worship, equality of status and opportunity, and to promote among them all fraternity, assuring the dignity of the individual and the unity and integrity of the nation. ਵੈਲ ਡਨ ਰੇਖਾ। ਸੋ ਤੁਹਾਨੂੰ ਇੱਥੇ ਮੈਂ ਦੱਸਣਾ ਚਾਹੂੰਗੀ ਇੱਥੋਂ ਦੇ ਐਡਵੋਕੇਟ ਸਾਹਿਬ, ਇੱਥੋਂ ਦੇ ਟੀਚਰ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ। ਇੱਕ ਬੁੱਕ ਵੀ ਇਹਨਾਂ ਵੱਲੋਂ ਲਿਖੀ ਗਈ ਹੈ, ਇੰਪਾਵਰਮੈਂਟ ਥਰੂ ਨੌਲੇਜ। ਇਹ ਬੁੱਕ ਹੈ ਜਿਹੜੀ ਕਿ ਇਹਨਾਂ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ, ਔਰ ਬੁੱਕ ਤੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਜਿਹੜੀ ਕਿ ਫੋਟੋ ਲੱਗੀ ਹੈ ਛੋਟੇ ਛੋਟੇ ਬੱਚਿਆਂ ਦੀ, ਔਰ ਇੱਥੋਂ ਦੇ ਟੀਚਰ ਦੀ ਲੱਗੀ ਹੈ ਜਿਨ੍ਹਾਂ ਵੱਲੋਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਆਖਿਰਕਾਰ ਜਦੋਂ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਪੁੱਛਿਆ ਕਿ ਤੁਹਾਨੂੰ ਸਰਕਾਰ ਵੱਲੋਂ ਕੀ ਮਦਦ ਚਾਹੀਦੀ ਹੈ, ਉਹਨਾਂ ਨੇ ਕਿਹਾ ਕਿ ਸਾਨੂੰ ਕਿਸੇ ਦੀ ਤਰ੍ਹਾਂ ਦੀ ਕੋਈ ਮਦਦ ਨਹੀਂ ਚਾਹੀਦੀ, ਸਾਨੂੰ ਬਸ ਇਹੀ ਚਾਹੀਦਾ ਹੈ ਕਿ ਹਰੇਕ ਬੱਚਾ ਜਿਹੜਾ ਕਿ ਅੱਛੀ ਐਜੂਕੇਸ਼ਨ ਪ੍ਰਾਪਤ ਕਰ ਸਕੇ। ਸੋ ਸਰਕਾਰ ਨੂੰ ਅਪੀਲ ਕਰਦੇ ਨੇ ਕਿ ਜਿੱਥੇ ਬੱਚਾ ਤੱਕ ਐਜੂਕੇਸ਼ਨ ਨਹੀਂ ਪਹੁੰਚ ਰਹੀ ਉੱਥੇ ਇਸ ਤਰ੍ਹਾਂ ਦੇ ਛੋਟੇ ਛੋਟੇ ਪ੍ਰੋਜੈਕਟ ਲਾ ਕੇ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ ਤਾਂ ਕਿ ਕੋਈ ਵੀ ਬੱਚਾ ਇਲਿਟਰੇਟ ਨਾ ਰਹਿ ਸਕੇ। ਕੈਮਰਾਮੈਨ ਰਾਹੁਲ ਕਸ਼ਪ ਦੇ ਨਾਲ ਪ੍ਰਿਯੰਕਾ ਸ਼ਰਮਾ, ਲੁਧਿਆਣਾ ਲਾਈਵ।